ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਏਕ ਅਨੇਕ ਵਿਆਪਕ ਪੂਰਕ ਜਤ ਦੇਖਾਂ ਤਤ ਸੋਈ। ਮਾਇਆ ਚਿੱਤਰ ਬਚਿੱਤਰ ਬਿਮੋਹਿਤ ਵਿਰਲਾ ਬੁਝੈ ਕੋਈ। ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਣ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਸੂਤ ਏਕ ਮਣ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਗੰਗੈ ਗਿਆਨ ਬੁਝੈ ਜੇ ਕੋਈ ਪੜਿਆ ਪੰਡਿਤ ਸੋਈ। ਸਰਬ ਜੀਆਂ ਮਹਿ ਏਕੋ ਜਾਣੈ ਤਾ ਹਉ ਮੈਂ ਕਹੈ ਨਾ ਕੋਈ। ਸਰਬ ਜੀਆਂ ਮਹਿ ਏਕੋ ਜਾਣੈ ਤਾ ਹਉ ਮੈਂ ਕਹੈ ਨਾ ਕੋਈ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ, ਸੁੱਖਾਂ ਦੇ ਸਾਗਰ, ਦਇਆ ਦੇ ਖਜ਼ਾਨੇ, ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੀ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਮਹਿਰਾਮਤ ਸਦਕਾ ਪਾਵਨ ਹਜ਼ੂਰੀ ਵਿੱਚ ਸੱਜ ਕੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਸਕੇ ਹਾਂ। ਆਓ ਗੁਰੂ ਸਵਾਰਿਓ, ਜਿੱਥੇ ਬੜੇ ਪਿਆਰ ਬੜੇ ਅਦਬ ਦੇ ਨਾਲ ਕੀਰਤਨ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਜੋ ਪਿਛਲੇ ਕੁਝ ਸਮੇਂ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੱਟੀ ਦੀ ਵਿਚਾਰ ਆਪ ਸਰਬੱਤ ਸੰਗਤ ਨਾਲ ਚੱਲ ਰਹੀ ਹੈ, ਉਸੇ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਜੋ ਅੱਜ ਦਾ ਪਾਵਨ ਵਚਨ ਹੈ, ਗੰਗੈ ਗਿਆਨ ਬੁਝੈ ਜੇ ਕੋਈ ਪੜ੍ਹਿਆ ਪੰਡਿਤ ਸੋਈ। ਸਰਬ ਜੀਆਂ ਮਹਿ ਏਕੋ ਜਾਣੈ ਤਾਂ ਹਉਮੈ ਕਹੈ ਨਾ ਕੋਈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਅਸਲ ਦੇ ਵਿੱਚ ਪੰਡਿਤ, ਪੜ੍ਹਿਆ ਲਿਖਿਆ, ਗਿਆਨਵਾਨ, ਗਿਆਨੀ ਉਹੀ ਹੈ ਜਿਹੜਾ ਇਸ ਗੱਲ ਨੂੰ ਸਮਝ ਲਏ ਕਿ ਹਰ ਇੱਕ ਦੇ ਅੰਦਰ ਉਹ ਰੱਬ ਵਸਦਾ ਹੈ। ਜਿਸ ਨੂੰ ਇਸ ਗੱਲ ਦੀ ਸਮਝ ਪੈ ਗਈ, ਸਤਿਗੁਰੂ ਜੀ ਕਹਿੰਦੇ ਉਹ ਹਉਮੈ 'ਚ ਕਦੇ ਫਸੇਗਾ ਨਹੀਂ। ਪਾਤਸ਼ਾਹ ਜੀ ਕੀ ਸਮਝਾਉਂਦੇ ਪਏ ਨੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ, ਇਹੀ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ, ਸੀਸ ਝੁਕਾਉਂਦਿਆਂ ਹੋਇਆਂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਉਸ ਮਾਲਕ ਦੀ ਬੜੀ ਕਿਰਪਾ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹੀਏ ਨਾ ਸੁਖਮਨੀ ਸਾਹਿਬ ਦੇ ਵਿੱਚੋਂ,
ਤੇ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਤੂੰ ਉਸ ਰੱਬ ਦੇ ਗੁਣ ਗਾ, ਉਸ ਮਾਲਕ ਦੇ ਗੁਣ ਗਾ, ਉਹਨੂੰ ਯਾਦ ਕਰ, ਕਿਉਂਕਿ ਉਸ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਸਵਾਰ ਕੇ ਭੇਜਿਆ ਏ। ਜਿੱਥੇ ਜਨਮ ਦਿੱਤਾ ਹੈ ਨਾ ਤੈਨੂੰ, ਇਹ ਨਹੀਂ ਕਿ ਸਿਰਫ ਬਣਾ ਕੇ ਤੇ ਭੇਜ ਦਿੱਤਾ, ਬੜਾ ਸਵਾਰਿਆ ਏ। ਸਤਿਗੁਰੂ ਜੀ ਕਹਿੰਦੇ ਤੈਨੂੰ ਉਸ ਮਾਲਕ ਨੇ। ਬਚਨ ਬੜਾ ਪਿਆਰਾ ਜੀ, ਆਪ ਸੰਗਤ ਨੂੰ ਯਾਦ ਵੀ ਹੋਏਗਾ। ਸਾਹਿਬ ਜੀ ਕਹਿੰਦੇ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਇਹ ਜਿਹੜੀ ਪੰਕਤੀ ਹੈ ਨਾ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਇਹਦਾ ਭਾਵ ਇਹ ਹੈ ਸਾਧ ਸੰਗਤ, ਇੱਕ ਤਾਂ ਪ੍ਰਮਾਤਮਾ ਨੇ ਸਾਨੂੰ ਮਾਤਾ ਦੇ ਗਰਭ ਦੇ ਵਿੱਚ ਨਿਵਾਸ ਦਿੱਤਾ। ਕੇਵਲ ਨਿਵਾਸ ਹੀ ਨਹੀਂ ਦਿੱਤਾ, ਜਦੋਂ ਮਾਤਾ ਦੇ ਗਰਭ ਦੇ ਵਿੱਚ ਸਰੀਰ ਦਾ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ, ਸਰੀਰ ਬਣਨਾ ਸ਼ੁਰੂ ਹੋ ਜਾਂਦਾ ਹੈ ਨਾ, ਤੇ ਸਤਿਗੁਰੂ ਜੀ ਕਹਿੰਦੇ ਇਹ ਨਹੀਂ ਕਿ ਬੇਢੰਗਾ ਜਿਹਾ ਬਣਾ ਕੇ ਤੈਨੂੰ ਦੁਨੀਆ ਦੇ ਵਿੱਚ ਭੇਜ ਦਿੱਤਾ ਹੈ। ਇਹ ਨਹੀਂ ਕਿ ਅੱਖ ਤੇਰੀ ਕਿਤੇ ਹੋਰ ਲੱਗੀ ਹੋਵੇ, ਕੰਨ ਤੇਰੇ ਕਿਤੇ ਹੋਰ ਲੱਗੇ ਹੋਣ, ਵੇਖਣ ਨੂੰ ਬੜਾ ਅਜੀਬ ਜਿਹਾ ਨਜ਼ਰ ਹੈ। ਇਸ ਤਰ੍ਹਾਂ ਦਾ ਨਹੀਂ ਰੱਬ ਨੇ ਤੈਨੂੰ ਬਣਾਇਆ, ਤੈਨੂੰ ਬੜਾ ਸਵਾਰਿਆ ਹੈ। ਕੋਈ ਪੇਂਟਰ ਜਦੋਂ ਕੋਈ ਤਸਵੀਰ ਬਣਾਉਂਦਾ ਹੈ, ਕੋਈ ਸਕਲਪਚਰ, ਕੋਈ ਮੂਰਤੀ ਬਣਾਉਂਦਾ ਪਿਆ ਹੈ, ਤੇ ਬੜੀ ਰੀਝ ਦੇ ਨਾਲ ਉਸ ਨੂੰ ਬਣਾਉਂਦਾ ਹੈ। ਉਹਦੇ ਮਨ ਦੀ ਇਹ ਖੁਆਇਸ਼ ਹੁੰਦੀ ਹੈ ਕਿ ਜਿਹੜੀ ਮੈਂ ਮੂਰਤੀ ਜਾਂ ਜਿਹੜੀ ਮੈਂ ਤਸਵੀਰ ਬਣਾਵਾਂ, ਇਹ ਦੇਖ ਕੇ ਹਰ ਇੱਕ ਇਨਸਾਨ ਜਿਹੜਾ ਨਾ ਵਡਿਆਈ ਕਰੇ ਕਿ ਕਿਆ ਖੂਬਸੂਰਤ ਤਸਵੀਰ ਹੈ, ਖੂਬਸੂਰਤ ਮੂਰਤੀ ਹੈ। ਪਰਮਾਤਮਾ ਨੇ ਵੀ ਆ ਸਾਡੇ ਸਰੀਰ ਰੂਪੀ ਮੂਰਤੀ ਨੂੰ ਜਿਹੜਾ ਬਣਾਇਆ ਹੈ ਨਾ, ਇਹਨੂੰ ਬੜਾ ਸਵਾਰਿਆ ਹੈ। ਇਹਦੇ ਵਿੱਚ ਕਮੀ ਕੋਈ ਨਹੀਂ ਪਰਮਾਤਮਾ ਨੇ ਰਹਿਣ ਦਿੱਤੀ, ਬੜਾ ਖੂਬਸੂਰਤ ਬਣਾਇਆ ਹੈ। ਤੇ ਇਸ ਖੂਬਸੂਰਤੀ ਦੇ ਵਿੱਚ ਕੇਵਲ ਹੈ ਸਰੀਰ ਹੀ ਖੂਬਸੂਰਤ ਨਹੀਂ ਹੈ। ਸਾਧ ਸੰਗਤ, ਜਦੋਂ ਆਪਾਂ ਦੇਖਾਂਗੇ ਨਾ, ਸੰਸਾਰ ਨੂੰ ਦੇਖਦੇ ਹਾਂ, ਸਾਰਾ ਸੰਸਾਰ ਹੀ ਪਰਮਾਤਮਾ ਨੇ ਬੜਾ ਖੂਬਸੂਰਤ ਬਣਾ ਦਿੱਤਾ ਹੈ। ਹੁਣ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਿੱਥੇ ਪਰਮਾਤਮਾ ਨੇ ਇਸ ਸਰੀਰ ਨੂੰ ਸਾਜਿਆ ਹੈ, ਸਵਾਰਿਆ ਹੈ, ਸ਼ਿੰਗਾਰਿਆ ਹੈ ਨਾ, ਉਸ ਡੈਕੋਰੇਸ਼ਨ ਕਹਿ ਲਈਏ ਜਾਂ ਮੈਂ ਇੱਕ ਵਰਡ ਯੂਜ਼ ਕਰ ਲਵਾਂ, ਜਿਹੜਾ ਪਰਮਾਤਮਾ ਨੇ ਸਾਨੂੰ ਆਪਣੇ ਤੌਰ ਤੇ ਮੇਕਅਪ ਦਿੱਤਾ ਨਾ, ਉਹਦੇ ਵਿੱਚ ਸਾਨੂੰ ਅੱਖਾਂ ਦਿੱਤੀਆਂ ਨੇ ਰੱਬ ਨੇ। ਅੱਖਾਂ, ਇਹਨਾਂ ਅੱਖਾਂ ਦਾ ਕੰਮ ਸਾਰਿਆਂ ਨੂੰ ਪਤਾ ਹੈ ਕਿ ਕੀ ਹੈ। ਇਹਨਾਂ ਅੱਖਾਂ ਦੇ ਰਾਹੀਂ ਅਸੀਂ ਦੇਖਦੇ ਹਾਂ, ਸੰਸਾਰ ਨੂੰ ਦੇਖਦੇ ਹਾਂ। ਅੱਖਾਂ ਦੇ ਨਾਲ ਹੀ ਅਸੀਂ ਆਪਣਾ ਕੰਮ ਸਹੀ ਢੰਗ ਦੇ ਨਾਲ ਕਰ ਪਾਉਂਦੇ ਹਾਂ। ਅੱਖਾਂ ਦੇ ਨਾਲ ਦੇਖ ਕੇ ਹੀ ਆਪਣੀ ਮੰਜ਼ਿਲ ਤੇ ਈਜ਼ੀਲੀ ਪਹੁੰਚ ਸਕਦੇ ਹਾਂ। ਜੇ ਨਜ਼ਰ ਨਹੀਂ ਕੁਛ ਆਉਂਦਾ ਪਿਆ ਤੇ ਇਨਸਾਨ ਕਿਸੇ ਵੀ ਸਾਈਡ ਨੂੰ ਜਾ ਹੀ ਨਹੀਂ ਸਕਦਾ। ਹੁਣ ਜਿਹੜੇ ਉਹ ਲੋਕ ਜਿਨ੍ਹਾਂ ਨੂੰ ਕੁਦਰਤੀ ਜਾਂ ਐਕਸੀਡੈਂਸ਼ਲੀ ਉਹਨਾਂ ਦੀਆਂ ਅੱਖਾਂ ਦੀ ਲਾਈਟ ਚਲੀ ਗਈ ਹੈ, ਜਾਂ ਜਨਮ ਤੋਂ ਹੀ ਉਹਨਾਂ ਨੂੰ ਅੱਖਾਂ ਦੀ ਰੌਸ਼ਨੀ ਨਹੀਂ ਮਿਲੀ, ਉਹਨਾਂ ਨੂੰ ਪੁੱਛ ਕੇ ਤੁਸੀਂ ਦੇਖੋ ਤੇ ਉਹ ਦੱਸਣਗੇ ਜੀ ਕਿ ਬਿਨਾਂ ਅੱਖਾਂ ਤੇ ਹੋਣਾ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ। ਉਹਨਾਂ ਵਾਸਤੇ ਚੱਲਣਾ ਬੜਾ ਔਖਾ। ਪਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ, ਰੌਸ਼ਨੀ ਦਿੱਤੀ ਹੈ ਇਹਨਾਂ ਅੱਖਾਂ ਦੇ ਵਿੱਚ, ਤੇ ਇਹ ਅੱਖਾਂ ਦੇ ਨਾਲ ਅਸੀਂ ਸਾਰੇ ਸੰਸਾਰ ਨੂੰ ਦੇਖਦੇ ਹਾਂ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹੀਏ ਆਨੰਦ ਸਾਹਿਬ ਦੇ ਵਿੱਚੋਂ, ਤੇ ਸਤਿਗੁਰੂ ਜੀ ਉੱਥੇ ਇੱਕ ਹੋਰ ਗੱਲ ਸਮਝਾ ਦਿੰਦੇ ਨੇ। ਕਹਿੰਦੇ ਹਾਂ, ਪਰਮਾਤਮਾ ਨੇ ਤੇਰੇ ਇਸ ਸਰੀਰ ਨੂੰ ਬੜਾ ਸਾਜਿਆ ਸਵਾਰਿਆ ਏ, ਤੈਨੂੰ ਇਹ ਸੈਂਸਸ ਦਿੱਤੇ ਨੇ ਪਰਮਾਤਮਾ ਨੇ, ਆ ਜਿਹੜੀਆਂ ਅੱਖਾਂ ਦਿੱਤੀਆਂ ਨੇ ਨਾ, ਇਹਨਾਂ ਅੱਖਾਂ ਦਾ ਕੰਮ ਕੇਵਲ ਇੰਨਾ ਨਹੀਂ ਹੈ ਕਿ ਤੂੰ ਸੰਸਾਰ ਨੂੰ ਦੇਖ ਸਕੇ, ਤੂੰ ਆਪਣਾ ਕੰਮ ਕਰ ਸਕੇ ਜਾਂ ਪੜ੍ਹ ਸਕੇ, ਜਾਂ ਜਿਹੜਾ ਤੂੰ ਕੰਮ ਕਰਦਾ ਪਿਆ ਹੈ, ਡਰਾਈਵ ਕਰਦਾ ਪਿਆ ਹੈ, ਤੂੰ ਚੰਗੀ ਤਰ੍ਹਾਂ ਦੇਖ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ। ਕੇਵਲ ਇੰਨਾ ਕੰਮ ਅੱਖਾਂ ਦਾ ਨਹੀਂ ਹੈ, ਇਸ ਤੋਂ ਅੱਗੇ ਵੀ ਕੁਝ ਹੈ। ਉਹ ਕੀ ਹੈ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਆ ਮੇਨ ਪਰਪਸ ਹੈ ਇਹਨਾਂ ਅੱਖਾਂ ਦਾ, ਇਹ ਮੇਨ ਪਰਪਸ ਹੈ। ਬਾਕੀ ਇਹਨਾਂ ਅੱਖਾਂ ਦੀ ਸਾਨੂੰ ਜ਼ਰੂਰਤ ਹੈ ਸੰਸਾਰ ਨੂੰ ਦੇਖਣ ਦੇ ਲਈ, ਪਰ ਸਾਧ ਸੰਗਤ ਕੇਵਲ ਸੰਸਾਰ ਨੂੰ ਨਹੀਂ ਦੇਖਣਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਹਰ ਇੱਕ ਉਹ ਵਸਤੂ ਜਿਹੜੀ ਤੇਰੀਆਂ ਅੱਖਾਂ ਦੇ ਸਾਹਮਣੇ ਆ ਰਹੀ ਹੈ, ਚਾਹੇ ਇਨਸਾਨ ਹੈ, ਚਾਹੇ ਪੇੜ ਪੌਦਾ ਹੈ, ਚਾਹੇ ਕੋਈ ਪਸ਼ੂ ਪੰਛੀ ਹੈ, ਉਸ ਹਰ ਇੱਕ ਦੇ ਵਿੱਚੋਂ ਤੂੰ ਉਸ ਇੱਕ ਮਾਲਕ ਨੂੰ ਦੇਖਣਾ ਹੈ। ਇਹ ਮੇਨ ਪਰਪਸ ਹੈ ਇਹਨਾਂ ਅੱਖਾਂ ਦਾ। ਪਰ ਐਸਾ ਕੀ ਹੋ ਗਿਆ ਕਿ ਸਾਨੂੰ ਸਭ ਕੁਝ ਨਜ਼ਰ ਆਉਂਦਾ ਹੈ, ਸਭ ਕੁਝ ਨਜ਼ਰ ਆ ਰਿਹਾ ਇਹਨਾਂ ਅੱਖਾਂ ਦੇ ਨਾਲ, ਪਰ ਇੱਕ ਹੀ ਚੀਜ਼ ਨਹੀਂ ਨਜ਼ਰ ਆਉਂਦੀ।
ਸਾਨੂੰ ਕਿਸੇ ਦੀਆਂ ਕਮੀਆਂ ਵੀ ਨਜ਼ਰ ਆਉਂਦੀਆਂ ਨੇ, ਹਾਲਾਂਕਿ ਕਮੀਆਂ ਦੀ ਕੋਈ ਫਾਰਮ ਨਹੀਂ ਹੈ, ਫਿਜ਼ੀਕਲ ਫਾਰਮ ਨਹੀਂ ਹੈ। ਕਮੀਆਂ ਬੈਡ ਕੁਆਲਿਟੀਜ਼ ਕਹਿ ਲਈਏ, ਉਹਨਾਂ ਦੀ ਕੋਈ ਫਿਜ਼ੀਕਲ ਫਾਰਮ ਥੋੜ੍ਹੀ ਨਾ ਹੈ, ਪਰ ਸਾਨੂੰ ਇਨਸਾਨ ਦੇ ਅੰਦਰੋਂ ਨਜ਼ਰ ਆ ਜਾਂਦੀਆਂ ਨੇ। ਮੇਰੇ ਅੰਦਰ ਕੋਈ ਅੱਛਾਈ ਨਹੀਂ ਹੈ, ਕੋਈ ਗੁੱਡ ਕੁਆਲਿਟੀ ਨਹੀਂ ਹੈ, ਪਰ ਫਿਰ ਵੀ ਮੈਨੂੰ ਆਪਣੇ ਅੰਦਰ ਅੱਛਾਈਆਂ ਨਜ਼ਰ ਆਉਂਦੀਆਂ ਨੇ, ਪਰ ਉਹ ਜਿਹੜੀ ਚੀਜ਼ ਦੇਖਣੀ ਹੈ ਉਹ ਨਜ਼ਰ ਨਹੀਂ ਆਉਂਦੀ। ਦੂਜੇ ਦੇ ਅੰਦਰੋਂ ਮੈਨੂੰ ਔਗੁਣ ਵੀ ਨਜ਼ਰ ਆ ਰਹੇ ਨੇ, ਆਪਣੀਆਂ ਅੱਛਾਈਆਂ, ਆਪਣੇ ਚੰਗੇ ਗੁਣ ਵੀ ਮੈਨੂੰ ਨਜ਼ਰ ਆ ਰਹੇ ਨੇ, ਪਰ ਜਿਹੜੀ ਚੀਜ਼ ਦੇਖਣ ਵਾਸਤੇ ਸਤਿਗੁਰੂ ਜੀ ਕਹਿ ਰਹੇ ਨੇ ਉਹ ਸਾਨੂੰ ਨਜ਼ਰ ਨਹੀਂ ਜੇ ਆ ਰਿਹਾ। ਸਾਹਿਬ ਜੀ ਕਹਿੰਦੇ ਕਿ ਤੂੰ ਕਿਸੇ ਦੇ ਅੰਦਰ ਔਗੁਣ ਨਾ ਲੱਭਦਾ ਫਿਰ, ਜੇਕਰ ਦੇਖਣਾ ਹੈ ਨਾ ਤੇ ਉਸ ਇੱਕ ਮਾਲਕ ਨੂੰ ਦੇਖ। ਇਹ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਵਨ ਉਪਦੇਸ਼ ਜਾਂ ਪਾਵਨ ਬਚਨ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਨਾ ਸਾਧ ਸੰਗਤ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਦੇ ਹਾਂ ਜਾਂ ਜਦੋਂ ਆਪਾਂ ਗੁਰਬਾਣੀ ਦਾ ਕੋਈ ਗੁਟਕਾ ਸਾਹਿਬ ਲੈ ਕੇ ਸਵੇਰ ਦੇ ਸਮੇਂ ਬਾਣੀ ਪੜ੍ਹਨ ਲੱਗਦੇ ਹਾਂ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨ ਲੱਗਦੇ ਹਾਂ, ਤੇ ਸਭ ਤੋਂ ਪਹਿਲਾ ਸ਼ਬਦ ਜਿਹੜਾ ਸਾਡੀ ਜ਼ੁਬਾਨ ਤੋਂ ਨਿਕਲਦਾ ਹੈ ਨਾ, ਉਹ ਕੀ ਹੈ? ਇੱਕ ਓਅੰਕਾਰ। ਇੱਕ ਗੁਰੂ ਨਾਨਕ ਸਾਹਿਬ ਨੇ ਜਿਹੜਾ ਇੱਕ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ ਹੈ ਨਾ ਸਾਧ ਸੰਗਤ, ਤੇ ਬੜਾ ਕਮਾਲ ਦੀ ਦਾਤ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ। ਇਹ ਇੱਕ ਕੇਵਲ ਪੜ੍ਹਨ ਦੇ ਲਈ ਨਹੀਂ, ਇਹ ਇੱਕ ਕੇਵਲ ਸੁਣਨ ਦੇ ਲਈ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਤੂੰ ਇਸ ਇੱਕ ਨੂੰ ਮਹਿਸੂਸ ਕਰਨਾ ਹੈ, ਇਸ ਇੱਕ ਨੂੰ ਤੂੰ ਹਰ ਇੱਕ ਦੇ ਅੰਦਰੋਂ ਦੇਖਣਾ ਹੈ। ਜਿਹੜੇ ਕਹਿੰਦੇ ਨੇ ਨਾ ਜੀ ਰੱਬ ਨੂੰ ਮਿਲਣਾ, ਰੱਬ ਦੇ ਦਰਸ਼ਨ ਕਰਨੇ ਆ, ਕਿਵੇਂ ਹੋਣਗੇ? ਸਤਿਗੁਰੂ ਜੀ ਕਹਿੰਦੇ ਰੱਬ ਦੇ ਦਰਸ਼ਨ ਤੈਨੂੰ ਹੋਣਗੇ। ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਪੜ੍ਹੀਏ ਨਾ ਤੇ ਇੱਕ ਸਾਖੀ ਬੜੀ ਪਿਆਰੀ ਜੀ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ, ਉਹ ਕਹਿੰਦੇ ਮਾਤਾ ਤ੍ਰਿਪਤਾ ਜੀ ਨੇ ਇੱਕ ਦੋ ਦਿਨਾਂ ਤੋਂ ਨਾ ਨੋਟ ਕਰਨਾ ਸ਼ੁਰੂ ਕੀਤਾ। ਕੀ ਦੇਖਦੇ ਨੇ ਕਿ ਨਾਨਕ ਜਿਹੜਾ ਨਾ ਉਹ ਚੁੱਪ ਕਰ ਗਿਆ, ਬੋਲਦਾ ਨਹੀਂ ਹੈ ਕਿਸੇ ਦੇ ਨਾਲ, ਕੋਈ ਗੱਲਬਾਤ ਨਹੀਂ ਕਰਦਾ। ਆਉਂਦਾ ਹੈ ਭਾਈ ਸੰਤੋਖ ਸਿੰਘ ਜੀ ਨੇ ਇਹ ਵੀ ਲਿਖਿਆ ਕਿ ਸਤਿਗੁਰੂ ਜੀ ਨਾ ਮਸਾਣਾ ਦੇ ਵਿੱਚ ਜਾ ਕੇ ਬੈਠ ਜਾਂਦੇ ਸੀ, ਸਿਮਟਰੀ ਮਸਾਣਾ ਦੇ ਵਿੱਚ ਜਾ ਕੇ ਬੈਠੇ ਰਹਿੰਦੇ ਸਾਰਾ ਦਿਨ, ਸ਼ਾਮ ਨੂੰ ਘਰ ਆਉਣਾ, ਚੁੱਪ, ਕਿਸੇ ਦੇ ਨਾਲ ਗੱਲ ਕੋਈ ਨਹੀਂ ਕਰਨੀ। ਮਾਤਾ ਜੀ ਨੇ 2-3 ਦਿਨ ਦੇਖਿਆ ਤੇ ਮਹਿਸੂਸ ਕੀਤਾ ਕਿ ਨਾਨਕ ਕੁਝ ਨਾ ਅਜੀਬ ਜਿਹਾ ਬਿਹੇਵ ਕਰਦਾ ਪਿਆ, ਬੋਲਦਾ ਕੋਈ ਨਹੀਂ, ਗੱਲ ਕੋਈ ਨਹੀਂ ਕਰਦਾ, ਨਾ ਪੁੱਛਦਾ ਹੈ ਨਾ ਦੱਸਦਾ ਹੈ ਕੁਛ। ਤੇ ਮਾਤਾ ਤ੍ਰਿਪਤਾ ਜੀ ਨੇ ਪਿਤਾ ਕਾਲੂ ਜੀ ਨੂੰ ਫਿਰ ਇਹ ਗੱਲ ਦੱਸੀ, ਉਹਨਾਂ ਦੇ ਨਾਲ ਸਾਂਝੀ ਕੀਤੀ ਗੱਲ। ਕਹਿੰਦੇ ਮੈਨੂੰ ਲੱਗਦਾ ਹੈ ਕਿ ਆਪਣਾ ਨਾਨਕ ਨਾ ਥੋੜਾ ਬਿਮਾਰ ਹੋ ਗਿਆ ਹੈ, ਇਹ ਬੋਲਦਾ ਹੀ ਨਹੀਂ ਹੈ, ਪਤਾ ਨਹੀਂ ਇਹਦੇ ਅੰਦਰ ਕੀ ਚੱਲਦਾ ਪਿਆ, ਕੀ ਹੋ ਗਿਆ ਇਹਨੂੰ, ਤੁਸੀਂ ਕੋਈ ਹਕੀਮ ਬੁਲਾਓ, ਆਪਾਂ ਇਲਾਜ ਕਰਾਈਏ। ਤੇ ਕਹਿੰਦੇ ਨੇ ਪਿਤਾ ਕਾਲੂ ਜੀ ਨੇ ਹਕੀਮ ਨੂੰ ਬੁਲਾਇਆ, ਆਇਆ ਹਕੀਮ ਕਹਿ ਲਈਏ ਜੀ ਡਾਕਟਰ ਜਦੋਂ ਆਇਆ, ਹਕੀਮ ਆਇਆ ਤੇ ਉਹਨੇ ਗੁਰੂ ਨਾਨਕ ਸਾਹਿਬ ਦੀ ਪਲਸ ਪਕੜੀ, ਨਬਜ਼ ਪਕੜੀ, ਹੱਥ ਪਕੜਿਆ, ਨਬਜ਼ ਚੈੱਕ ਕਰਨੀ ਸ਼ੁਰੂ ਕੀਤੀ ਉਹਨੇ। ਤੇ ਜਦੋਂ ਨਬਜ਼ ਚੈੱਕ ਕਰਨ ਲੱਗਾ ਨਾ ਹਕੀਮ, ਤੇ ਗੁਰੂ ਨਾਨਕ ਸਾਹਿਬ ਨਾ ਮੁਸਕਰਾਉਣ ਲੱਗ ਪਏ, ਮੁਸਕਰਾਹਟ ਆ ਗਈ ਸਤਿਗੁਰਾਂ ਦੇ ਚਿਹਰੇ ਦੇ ਉੱਤੇ। ਤੇ ਹਕੀਮ ਨੇ ਪੁੱਛਿਆ, ਕਹਿੰਦੇ ਕਮਾਲ, ਮੈਂ ਤੇਰੀ ਨਬਜ਼ ਚੈੱਕ ਕਰਦਾ ਪਿਆ। ਮਾਤਾ ਤ੍ਰਿਪਤਾ ਜੀ ਵੀ ਵੇਖ ਕੇ ਹੈਰਾਨ ਕਿ ਜਿਹੜਾ ਨਾਨਕ ਕੁਝ ਦਿਨ ਪਹਿਲਾਂ ਬੋਲਦਾ ਨਹੀਂ ਸੀ, ਚੁੱਪ ਸੀ ਬਿਲਕੁਲ, ਅੱਜ ਇਹ ਹੱਸਦਾ ਪਿਆ ਜੇ ਡਾਕਟਰ ਨੂੰ ਬੁਲਾਇਆ। ਤੇ ਸਤਿਗੁਰਾਂ ਨੇ ਨਾ ਉੱਥੇ ਬਚਨ ਇੱਕ ਕਿਹਾ, ਬਾਣੀ ਦੇ ਵਿੱਚੋਂ ਤੁਹਾਨੂੰ ਉਸ ਪਾਵਨ ਬਚਨ ਦੇ ਦਰਸ਼ਨ ਹੋਣਗੇ, ਪੜ੍ਹੋਗੇ ਬਾਣੀ ਤੇ। ਕੀ ਸਾਹਿਬ ਜੀ ਨੇ ਕਿਹਾ? ਕਹਿਣ ਲੱਗੇ ਵੈਦ ਬੁਲਾਇਆ ਵੈਦਗੀ। ਵੈਦ ਕਹਿੰਦੇ ਨੇ ਜੀ ਡਾਕਟਰ ਨੂੰ, ਹਕੀਮ ਨੂੰ, ਵੈਦਗੀ ਮਤਲਬ ਇਲਾਜ ਕਰਨ ਵਾਸਤੇ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ, ਬਾਂਹ ਨੂੰ ਫੜ ਕੇ। ਢੰਡੋਲੇ ਮਤਲਬ ਨਬਜ਼ ਦੇਖਦਾ ਪਿਆ, ਕੋਈ ਰੋਗ ਲੱਭਣ ਦੀ ਕੋਸ਼ਿਸ਼ ਕਰਦਾ ਪਿਆ। ਜਿਵੇਂ ਅੱਜ ਵੀ ਆਪਾਂ ਡਾਕਟਰ ਦੇ ਕੋਲ ਜਾਈਏ ਨਾ, ਉਹਨੂੰ ਕਹੀਏ ਡਾਕਟਰ ਸਾਹਿਬ ਇਵੇਂ ਲੱਗਦਾ ਜਿਵੇਂ ਫੀਵਰ ਹੈ, ਤੇ ਸਭ ਤੋਂ ਪਹਿਲਾਂ ਡਾਕਟਰ ਕਰੇਗਾ ਕੀ ਜੀ? ਸਾਡੀ ਨਬਜ਼ ਚੈੱਕ ਕਰੇਗਾ, ਸਾਡੀ ਪਲਸ ਚੈੱਕ ਕਰੇਗਾ। ਤੇ ਉਸ ਹਕੀਮ ਨੇ ਵੀ ਨਬਜ਼ ਪਕੜੀ, ਪਕੜ ਢੰਡੋਲੇ ਬਾਂਹ, ਇਸ ਕਰਕੇ ਉਹ ਨਬਜ਼ ਚੈੱਕ ਕਰਦਾ ਪਿਆ ਹੈ ਕਿ ਮੈਨੂੰ ਪਤਾ ਲੱਗੇ ਕਿ ਇਹਨੂੰ ਹੋਇਆ ਕੀ ਹੈ। ਤੇ ਸਤਿਗੁਰਾਂ ਨੇ ਉੱਥੇ ਫਿਰ ਵਚਨ ਕਿਹਾ, ਕਹਿਣ ਲੱਗੇ ਭੋਲਾ ਵੈਦ ਨਾ ਜਾਣਈ ਕਰਕ ਕਰੇਜੇ ਮਾਂ। ਸਤਿਗੁਰੂ ਜੀ ਕਹਿੰਦੇ ਇਹਨੂੰ ਨਹੀਂ ਪਤਾ ਜਿਹੜਾ ਦਰਦ, ਜਿਹੜਾ ਰੋਗ ਇਹ ਨਬਜ਼ ਪਕੜ ਕੇ ਲੱਭਣ ਦੀ ਕੋਸ਼ਿਸ਼ ਕਰਦਾ ਪਿਆ ਨਾ, ਉਹ ਇਸ ਨਬਜ਼ ਦੇ ਵਿੱਚੋਂ ਨਹੀਂ ਮਿਲਣਾ, ਕਿਉਂਕਿ ਉਹ ਦਰਦ ਮੇਰੇ ਅੰਦਰ ਹੈ, ਕਲੇਜੇ ਦੇ ਵਿੱਚ ਹੈ, ਹਿਰਦੇ ਦੇ ਵਿੱਚ ਹੈ। ਉਹ ਕਿਹੜਾ ਦਰਦ ਸੀ? ਕਿਹੜਾ ਦਰਦ ਸੀ ਗੁਰੂ ਨਾਨਕ ਸਾਹਿਬ ਨੂੰ? ਕੀ ਸੱਚਮੁੱਚ ਉਹਨਾਂ ਦੇ ਦਿਲ ਦੇ ਵਿੱਚ ਕੋਈ ਦਰਦ ਸੀ?
ਕਿ ਸੱਚਮੁੱਚ ਸਤਿਗੁਰਾਂ ਦਾ ਹਿਰਦਾ ਜਿਹੜਾ ਦਿਲ ਹੈ ਜਿਹੜਾ ਉਹ ਪੀੜ ਕਰਦਾ ਪਿਆ ਸੀ, ਪੇਨ ਕਰਦਾ ਪਿਆ ਸੀ। ਤੇ ਜੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਦਿਲ ਦੇ ਦਰਦ ਦੀ ਗੱਲ ਕਰੀਏ ਨਾ, ਤੇ ਸਾਨੂੰ ਕੀ ਕਿਹਾ ਜਾਏਗਾ ਜੀ, ਕਿਤੇ ਜਾ ਡਾਕਟਰ ਨੂੰ ਚੈੱਕ ਕਰਾ ਜਾ ਕੇ, ਕਿਤੇ ਹਾਰਟ ਅਟੈਕ ਨਾ ਆ ਜਾਏ ਤੈਨੂੰ। ਇਹ ਨਿਸ਼ਾਨੀ ਹੈ ਜੀ, ਦਰਦ ਹੁੰਦੀ ਪਈ ਹੈ ਤੇ ਡਾਕਟਰ ਦੇ ਕੋਲ ਚੈੱਕਅਪ ਵਾਸਤੇ। ਗੁਰੂ ਨਾਨਕ ਸਾਹਿਬ ਦੇ ਦਿਲ ਨੂੰ ਕੋਈ ਦਰਦ ਨਹੀਂ ਸੀ ਹੋ ਰਿਹਾ। ਉਹ ਜਿਹੜੀ ਪੀੜਾ ਸੀ ਨਾ, ਉਹ ਦਰਦ ਜਿਹੜਾ ਸੀ ਉਹ ਇਹੀ ਸੀ ਕਿ ਇਹ ਸੰਸਾਰ ਦੇ ਜੀਵ ਜਿਹੜੇ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਨਾ, ਜਿਸ ਪਰਪਸ ਦੇ ਲਈ ਇਹਨਾਂ ਦਾ ਇਹ ਜੀਵਨ ਹੈ, ਉਸ ਪਰਪਸ ਵੱਲ ਇਹ ਵੱਧਦੇ ਨਹੀਂ ਪਏ। ਉਹਨਾਂ ਵੱਲ, ਉਸ ਪਰਪਸ ਵੱਲ ਇਹਨਾਂ ਦਾ ਧਿਆਨ ਕੋਈ ਨਹੀਂ ਹੈ। ਜਦੋਂ ਭਾਈ ਗੁਰਦਾਸ ਦੇ ਆਪਾਂ ਵਚਨ ਪੜ੍ਹਦੇ ਹਾਂ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇਸਾਈ, ਉਹ ਭਾਈ ਸਾਹਿਬ ਦੇ ਬਚਨ ਕਹਿਣ ਦਾ ਭਾਵ ਤੇ ਗੁਰੂ ਨਾਨਕ ਸਾਹਿਬ ਦੇ ਦਿਲ ਦੀ ਪੀੜ ਜਿਹੜੀ ਹੈ ਨਾ, ਦੋਨਾਂ ਦਾ ਭਾਵ ਇੱਕੋ ਹੀ ਹੈ, ਦੋਨਾਂ ਦਾ ਮੀਨਿੰਗ ਇੱਕ ਹੀ ਹੈ। ਗੁਰੂ ਨਾਨਕ ਸਾਹਿਬ ਦੇ ਅੰਦਰ ਦਰਦ ਇਹ ਹੈ ਕਿ ਇਹ ਸੰਸਾਰ ਦੇ ਜੀਵਾਂ ਨੂੰ ਇੱਕ ਦੂਜੇ ਦੇ ਅੰਦਰੋਂ ਰੱਬ ਨਜ਼ਰ ਹੀ ਨਹੀਂ ਆ ਰਿਹਾ। ਦੇਖਦੇ ਪਏ ਨੇ, ਕਹਿੰਦਾ ਇਹ ਮੇਰਾ ਦੁਸ਼ਮਣ ਹੈ, ਮੈਂ ਇਹਦੇ ਨਾਲ ਬੋਲਣਾ ਨਹੀਂ, ਇਹਦੇ ਅੰਦਰ ਔਗਣ ਬੜੇ ਨੇ, ਇਹ ਬੰਦਾ ਬੜਾ ਮਾੜਾ। ਹਰ ਇੱਕ ਦੇ ਅੰਦਰੋਂ ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਕਮੀਆਂ ਨਜ਼ਰ ਆ ਰਹੀਆਂ ਨੇ, ਜਿਸ ਨੂੰ ਦੇਖਣਾ ਹੈ ਉਹ ਨਜ਼ਰ ਨਹੀਂ ਆ ਰਿਹਾ। ਜਿਹੜੀਆਂ ਅੱਖਾਂ ਉਸ ਮਾਲਕ ਨੂੰ ਦੇਖਣ ਵਾਸਤੇ ਉਸਨੇ ਦਾਤ ਰੂਪ ਦੇ ਵਿੱਚ ਸਾਨੂੰ ਦਿੱਤੀਆਂ, ਉਹਨਾਂ ਅੱਖਾਂ ਦੇ ਨਾਲ ਸਾਨੂੰ ਕਮੀਆਂ ਤੇ ਜ਼ਰੂਰ ਨਜ਼ਰ ਆ ਰਹੀਆਂ ਨੇ, ਪਰ ਉਹ ਮਾਲਕ ਨਹੀਂ ਨਜ਼ਰ ਆ ਰਿਹਾ। ਬਾਬਾ ਫਰੀਦ ਜੀ ਦਾ ਬਚਨ ਯਾਦ ਰੱਖਿਓ ਸਾਧ ਸੰਗਤ। ਬਾਬਾ ਜੀ ਪਤਾ ਕੀ ਕਹਿੰਦੇ? ਹਰ ਇੱਕ ਉਹ ਇਨਸਾਨ ਇਸ ਪਾਵਨ ਬਚਨ ਨੂੰ ਯਾਦ ਰੱਖੇ ਜਿਹਦੇ ਮਨ ਦੇ ਵਿੱਚ ਇਹ ਲਾਲਸਾ ਹੈ ਜਾਂ ਇੱਛਾ ਹੈ ਕਿ ਮੈਂ ਪਰਮਾਤਮਾ ਨੂੰ ਦੇਖਣਾ, ਜਿਹੜਾ ਇਹ ਚਾਹੁੰਦਾ ਨਾ ਕਿ ਮੈਂ ਰੱਬ ਦੇ ਦਰਸ਼ਨ ਕਰਨੇ ਨੇ। ਜਦੋਂ ਜਗਨਨਾਥਪੁਰੀ ਗਏ ਨਾ ਗੁਰੂ ਨਾਨਕ ਸਾਹਿਬ, ਤੇ ਉੱਥੇ ਕੀ ਦੇਖਿਆ ਕਿ ਇੱਕ ਜੋਗੀ ਬੈਠਾ ਹੋਇਆ ਜੀ, ਚੌਂਕੜੀ ਮਾਰ ਕੇ ਸਮਾਧੀ ਲਗਾ ਕੇ ਬੈਠਾ ਹੋਇਆ। ਆਪਣੇ ਸਾਹਮਣੇ ਇੱਕ ਉਹਨੇ ਲੋਟਾ ਰੱਖਿਆ ਹੋਇਆ, ਇੱਕ ਬਰਤਨ ਰੱਖਿਆ ਹੋਇਆ ਹੈ ਪੈਸੇ ਵਾਲਾ। ਲੋਕਾਂ ਨੂੰ ਕਹਿੰਦਾ ਮੈਨੂੰ ਸ਼ਿਵਪੁਰੀ ਦੇ ਦਰਸ਼ਨ ਹੋ ਰਹੇ ਨੇ, ਜਿਸ ਨੇ ਵੀ ਉੱਥੇ ਆਪਣੀ ਰਿਜ਼ਰਵੇਸ਼ਨ ਕਰਾਉਣੀ ਹੈ ਉਹ ਪੈਸੇ ਪਾਓ, ਮੈਂ ਤੁਹਾਡੀ ਉੱਥੇ ਜਗ੍ਹਾ ਜਿਹੜੀ ਨਾ, ਸੀਟ ਜਿਹੜੀ ਆ ਬੁੱਕ ਕਰਾਉਣਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸਾਰਾ ਕੌਤਕ ਦੇਖਿਆ ਤੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਇਹ ਜਿਹੜਾ ਲੋਟਾ ਇਸ ਜੋਗੀ ਦੇ ਸਾਹਮਣੇ ਪਿਆ ਨਾ, ਇਹਨੂੰ ਚੁੱਕ ਕੇ ਬਸ ਇਹਦੇ ਪਿੱਛੇ ਰੱਖ ਦੇ, ਹੋਰ ਕੁਛ ਨਹੀਂ ਕਰਨਾ। ਭਾਈ ਮਰਦਾਨੇ ਨੇ ਨਹੀਂ ਲੋਟਾ ਚੁੱਕਿਆ ਤੇ ਜੋਗੀ ਦੇ ਪਿੱਛੇ ਰੱਖ ਦਿੱਤਾ। ਜਦੋਂ ਅੱਖ ਖੋਲੀ ਉਸ ਜੋਗੀ ਨੇ, ਲੋਟਾ ਸਾਹਮਣੇ ਨਹੀਂ, ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਕਿੰਨੇ ਮੇਰੇ ਨਾਲ ਮਜ਼ਾਕ ਕੀਤਾ। ਤੇ ਗੁਰੂ ਨਾਨਕ ਸਾਹਿਬ ਨੇ ਉੱਥੇ ਬੜੇ ਪਿਆਰ ਦੇ ਨਾਲ ਉਸ ਜੋਗੀ ਨੂੰ ਕਹਿਣ ਲੱਗੇ, ਜੋਗੀ ਜੀ ਤੁਹਾਨੂੰ ਤਾਂ ਸ਼ਿਵਪੁਰੀ ਦੇ 3 ਲੋਕਾਂ ਦੇ ਦਰਸ਼ਨ ਹੁੰਦੇ ਪਏ ਨੇ, ਕਿਤੇ ਮਾਰੋ ਮਾੜੀ ਜੀ ਨਿਗਾਹ, ਲਗਾਓ ਧਿਆਨ, ਤੁਹਾਡਾ ਲੋਟਾ ਵੀ ਤੁਹਾਨੂੰ ਕਿਤੇ ਨਜ਼ਰ ਆ ਹੀ ਜਾਵੇ ਸ਼ਾਇਦ। ਬਚਨ ਵੀ ਬਾਣੀ ਦੇ ਵਿੱਚੋਂ ਮਿਲੇਗਾ। ਸਤਿਗੁਰੂ ਜੀ ਕਹਿੰਦੇ, ਆਂਟ ਸੇਤੀ ਨਾਕ ਪਕੜੇ ਸੂਝ ਤੇ 3 ਲੋ, ਮਗਰ ਪਾਸ਼ੈ ਕਛ ਨਾ ਸੂਝੈ ਇਹ ਪਦਮ ਅਲੋ। ਕਹਿੰਦੇ ਲੋਕਾਂ ਨੂੰ ਲੁੱਟਣ ਵਾਸਤੇ, ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਵਾਸਤੇ ਬਹੁਤ ਲੋਕ ਤੁਹਾਨੂੰ ਐਸੇ ਮਿਲਣਗੇ ਜਿਹੜੇ ਕਹਿਣਗੇ ਕਿ ਮੈਂ ਤੁਹਾਨੂੰ ਰੱਬ ਦੇ ਦਰਸ਼ਨ ਕਰਾਉਣਾ, ਮੈਂ ਤੁਹਾਨੂੰ ਰੱਬ ਦੇ ਨਾਲ ਮਿਲਾ ਸਕਦਾ। ਬਹੁਤ ਕਹਿਣਗੇ, ਬੜੇ ਮਿਲਣਗੇ ਐਸੇ, ਇਸ ਜੋਗੀ ਵਰਗੇ। ਪਰ ਜਿਸ ਨੇ ਵੀ ਉਸ ਮਾਲਕ ਦੇ ਦਰਸ਼ਨ ਕਰਨੇ ਨੇ, ਭਟਕਣ ਦੀ ਜ਼ਰੂਰਤ ਕੋਈ ਨਹੀਂ। ਬਾਬਾ ਫਰੀਦ ਜੀ ਦਾ ਇਹ ਪਾਵਨ ਬਚਨ ਪੱਲੇ ਬੰਨ ਲਈਏ। ਬਾਬਾ ਫਰੀਦ ਜੀ ਦਾ ਕਿਸੇ ਦੇ ਮਗਰ ਲੱਗਣ ਦੀ ਜ਼ਰੂਰਤ ਕੋਈ ਨਹੀਂ ਹੈ। ਸਿੰਪਲ ਜੀ ਗੱਲ ਬਾਬਾ ਫਰੀਦ ਜੀ ਨੇ ਸਮਝਾਈ ਹੈ ਪਾਵਨ ਸ਼ਲੋਕ ਦੇ ਵਿੱਚ। ਜੇ ਇਹ ਗੱਲ ਸਾਡੇ ਹਿਰਦੇ ਦੇ ਵਿੱਚ ਵਸ ਜਾਏ ਤੇ ਮੈਂ ਗਰੰਟੀ ਦਿੰਦਾ ਸਾਧ ਸੰਗਤ, ਹਰ ਇੱਕ ਨੂੰ ਰੱਬ ਨਜ਼ਰ ਆਏਗਾ। ਬਾਬਾ ਫਰੀਦ ਜੀ ਨੇ ਕੀ ਕਿਹਾ? ਕਹਿੰਦੇ, ਫਰੀਦਾ ਖਾਲਕ ਖਲਕ ਮੈਂ। ਖਾਲਕ ਦਾ ਮਤਲਬ ਹੈ ਜੀ ਪਰਮਾਤਮਾ, ਖਲਕ ਦਾ ਮਤਲਬ ਹੈ ਸੰਸਾਰ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਬਾਬਾ ਫਰੀਦ ਜੀ ਕਹਿੰਦੇ ਕਿ ਪ੍ਰਮਾਤਮਾ ਜਿਹੜਾ ਨਾ ਸੰਸਾਰ ਦੇ ਵਿੱਚ ਵਸਦਾ ਪਿਆ ਹੈ। ਇਹ ਜਿਹੜੇ ਜੀਵ ਮਾਲਕ ਨੇ ਪੈਦਾ ਕੀਤੇ ਨੇ, ਇਹਨਾਂ ਜੀਵਾਂ ਦੇ ਅੰਦਰ ਉਹ ਮਾਲਕ ਵਸ ਰਿਹਾ ਹੈ। ਤੇ ਜੇ ਮੈਨੂੰ ਇਹਨਾਂ ਅੱਖਾਂ ਦੇ ਨਾਲ ਇਨਸਾਨ ਦੇ ਅੰਦਰੋਂ ਰੱਬ ਨਹੀਂ ਨਾ ਨਜ਼ਰ ਆ ਰਿਹਾ, ਤੇ ਸਾਧ ਸੰਗਤ ਖਿਮਾ ਕਰਨਾ, ਮੈਂ ਜਿਹੜੇ ਲਫ਼ਜ਼ ਲੱਗਾ ਯੂਜ਼ ਕਰਨ, ਮੈਂ ਪਹਿਲਾਂ ਮੁਆਫੀ ਮੰਗ ਲਵਾਂ। ਹੋ ਸਕਦਾ ਕਿਸੇ ਨੂੰ ਮੇਰੇ ਇਹ ਲਫ਼ਜ਼ ਜਿਹੜੇ ਨੇ ਚੰਗੇ ਨਾ ਲੱਗਣ। ਜੇ ਮੈਨੂੰ ਕਿਸੇ ਇਨਸਾਨ ਦੇ ਅੰਦਰੋਂ ਰੱਬ ਮਹਿਸੂਸ ਨਹੀਂ ਹੋ ਰਿਹਾ, ਮੈਂ ਗਲ ਦੇ ਵਿੱਚ ਜਿੰਨੀਆਂ ਮਰਜ਼ੀ ਮਾਲਾਵਾਂ ਪਾ ਲਵਾਂ।
ਜਿੰਨੀਆਂ ਮਰਜ਼ੀ ਮੈਂ ਹੱਥ ਦੇ ਉੱਤੇ ਮਾਲਾਵਾਂ ਪਾ ਲਵਾਂ, ਹੱਥ ਦੇ ਵਿੱਚ ਮਾਲਾਵਾਂ ਪਕੜ ਲਵਾਂ, ਜੇ ਮੈਨੂੰ ਬੰਦੇ ਦੇ ਅੰਦਰੋਂ ਰੱਬ ਨਹੀਂ ਨਜ਼ਰ ਆਉਂਦਾ, ਮੈਨੂੰ ਕਿਤੇ ਵੀ ਰੱਬ ਨਹੀਂ ਜੇ ਨਜ਼ਰ ਆ ਸਕਦਾ। ਬਾਣੀ ਕਹਿ ਰਹੀ ਹੈ, ਬਾਬਾ ਫਰੀਦ ਜੀ ਕਹਿ ਰਹੇ ਨੇ, ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਨਜ਼ਰ ਆਉਂਦਾ ਕੀ ਹੈ ਸਾਨੂੰ? ਬਸ ਕਮੀਆਂ ਨਜ਼ਰ ਆਉਂਦੀਆਂ ਨੇ। ਕਿਸੇ ਦਾ ਗੁਣ ਨਜ਼ਰ ਨਹੀਂ ਜੇ ਆਉਂਦਾ, ਕਿਸੇ ਦੀ ਚੰਗੀ ਕੁਆਲਿਟੀ ਜਿਹੜੀ ਹੈ ਉਹ ਨਜ਼ਰ ਨਹੀਂ ਆਉਂਦੀ, ਸਿਰਫ ਔਗੁਣ ਹੀ ਨਜ਼ਰ ਆਉਂਦੇ ਨੇ, ਬੈਡ ਕੁਆਲਿਟੀਜ਼ ਹੀ ਨਜ਼ਰ ਆਉਂਦੀਆਂ ਨੇ, ਜਾਂ ਇਨਸਾਨਾਂ ਦੇ ਅੰਦਰੋਂ ਮੈਨੂੰ ਦੁਸ਼ਮਣ ਨਜ਼ਰ ਆਉਂਦੇ ਨੇ, ਮੇਰੇ ਵਿਰੋਧੀ ਨਜ਼ਰ ਆਉਂਦੇ ਨੇ, ਆਪਣਾ ਕੋਈ ਵੀ ਨਜ਼ਰ ਨਹੀਂ ਜੇ ਆਉਂਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਸਮਝਾਉਂਦੇ ਪਏ ਨੇ ਸਾਧ ਸੰਗਤ ਅੱਜ? ਕਹਿੰਦੇ ਦੁਨੀਆ ਦੇ ਵਿੱਚ ਗਿਆਨ ਦੀ ਕਮੀ ਥੋੜੀ ਨਾ ਹੈ ਕੋਈ। ਅੱਜ ਤਾਂ ਜੇਕਰ ਇਹ ਕਹਿ ਦਿੱਤਾ ਜਾਵੇ ਕਿ ਆ ਜਿਹੜਾ ਸਮਾਂ ਚੱਲਦਾ ਪਿਆ ਨਾ, ਇਹ ਐਜੂਕੇਸ਼ਨ ਦਾ ਸਮਾਂ ਹੈ, ਐਜੂਕੇਸ਼ਨ ਦਾ ਯੁੱਗ ਹੈ, ਐਰਾ ਆਫ ਐਜੂਕੇਸ਼ਨ ਹੈ। ਬੱਚਿਆਂ ਨੂੰ ਆਪਾਂ ਜ਼ੋਰ ਲਗਾਉਂਦੇ ਪਏ ਹਾਂ ਕਿ ਪੜ੍ਹ ਲਓ, ਡਿਗਰੀ ਪ੍ਰਾਪਤ ਕਰ ਲਓ, ਜੇਕਰ ਬਹਾਨਾ ਕੁਝ। ਹਰ ਇੱਕ ਇਨਸਾਨ ਅੱਜ ਪੜ੍ਹਿਆ ਲਿਖਿਆ ਹੈ ਮੋਸਟਲੀ। ਤੇ ਸਾਧ ਸੰਗਤ, ਗਿਆਨ ਦੀ ਕਮੀ ਕੋਈ ਨਹੀਂ ਹੈ ਦੁਨੀਆ ਦੇ ਵਿੱਚ। ਜੇਕਰ ਕਿਸੇ ਚੀਜ਼ ਦੀ ਕਮੀ ਹੈ ਨਾ, ਤਾਂ ਉਹ ਇਹੀ ਗੱਲ ਸਮਝਣ ਦੀ ਕਮੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਸਮਝਾਉਂਦੇ ਪਏ ਨੇ। ngੰਘ ਗੁਰਮੁਖੀ ਦਾ ਲੈਟਰ ਹੈ ਜੀ, ngੰਘਾ। ਇਸ ਲੈਟਰ ਦੇ ਰਾਹੀਂ ਸਤਿਗੁਰਾਂ ਦਾ ਉਪਦੇਸ਼ ਹੈ। ngੰਘ ਗਿਆਨ ਬੁੱਝੈ ਜੇ ਕੋਈ, ਪੜ੍ਹਿਆ ਪੰਡਿਤ ਸੋਈ। ਅਸਲੀ ਗਿਆਨਵਾਨ, ਨੌਲੇਜੇਬਲ ਉਹੀ ਇਨਸਾਨ ਹੈ, ਉਸ ਨੂੰ ਹੀ ਵਿਦਵਾਨ, ਪੰਡਿਤ ਦਾ ਮਤਲਬ ਇੱਥੇ ਵਿਦਵਾਨ ਕਿਹਾ ਜਾਏਗਾ, ਉਹੀ ਗਿਆਨੀ ਹੈ। ਕੌਣ? ਸਰਬ ਜੀਆਂ ਮਹਿ ਏਕੋ ਜਾਣੈ। ਜਿਸ ਨੂੰ ਸਰਬ ਜੀਆਂ ਮਤਲਬ ਹਰ ਇੱਕ ਦੇ ਅੰਦਰੋਂ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੈ। ਜਿਸ ਨੂੰ ਇਸ ਗੱਲ ਦੀ ਸਮਝ ਪੈ ਗਈ ਕਿ ਹਰ ਇੱਕ ਦੇ ਅੰਦਰ ਰੱਬ ਵਸਦਾ ਪਿਆ ਹੈ, ਜਿਸ ਨੇ ਭਗਤ ਨਾਮਦੇਵ ਜੀ ਦੇ ਬਚਨਾਂ ਦੇ ਮੁਤਾਬਕ ਏਕ ਅਨੇਕ ਵਿਆਪਕ ਪੂਰਕ ਜਤ ਦੇਖੋਂ ਤਤ ਸੋਈ, ਮਾਇਆ ਚਿੱਤਰ ਬਚਿੱਤਰ ਵਿਮੋਹਿਤ ਵਿਰਲਾ ਬੂਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਆਪਾਂ ਰਾਤ ਨੂੰ ਰੋਜ਼ਾਨਾ ਸੋਹਿਲੇ ਦਾ ਪਾਠ ਕਰਦੇ ਹਾਂ ਜੀ। ਉੱਥੇ ਸੋਹਿਲੇ ਦੇ ਵਿੱਚ ਕੀ ਕਿਹਾ ਸਤਿਗੁਰਾਂ ਨੇ? ਸਭ ਮੈਂ ਜੋਤ, ਜੋਤ ਹੈ ਸੋਏ। ਹਰ ਇੱਕ ਦੇ ਅੰਦਰ ਕਹਿੰਦੇ ਉਸ ਮਾਲਕ ਦੀ ਜੋਤ ਵਸਦੀ ਪਈ ਹੈ। ਤੇ ਜਿਸ ਨੂੰ ਹਰ ਇੱਕ ਦੇ ਅੰਦਰੋਂ ਉਹ ਮਾਲਕ ਮਹਿਸੂਸ ਹੋਣਾ ਸਟਾਰਟ ਹੋ ਗਿਆ, ਜਿਸ ਨੂੰ ਕਿਸੇ ਦੇ ਅੰਦਰੋਂ ਦੁਸ਼ਮਣ ਨਜ਼ਰ ਨਹੀਂ ਆ ਰਿਹਾ, ਕਿਸੇ ਦੇ ਅੰਦਰੋਂ ਆਪਣਾ ਕੋਈ ਵਿਰੋਧੀ ਨਜ਼ਰ ਨਹੀਂ ਆ ਰਿਹਾ, ਸਤਿਗੁਰੂ ਜੀ ਕਹਿੰਦੇ ਇਹਦਾ ਭਾਵ ਇਹ ਹੋ ਗਿਆ ਕਿ ਉਹਨੇ ਉਸ ਦੇ ਅੰਦਰੋਂ ਮਾਲਕ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਤੱਕ ਮੇਰੇ ਅੰਦਰ ਇਹ ਔਗਣ ਬੈਠਾ ਹੋਇਆ ਨਾ ਕਿ ਕਿਸੇ ਦੀਆਂ ਕਮੀਆਂ ਦੇਖਣੀਆਂ, ਜਾਂ ਮੇਰੀ ਨਜ਼ਰ ਦੇ ਵਿੱਚ ਕੋਈ ਆਪਣਾ ਪਰਾਇਆ, ਇਸ ਤਰ੍ਹਾਂ ਦੇ ਭਾਵ ਜਦੋਂ ਤੱਕ ਬੈਠੇ ਹੋਏ ਨੇ, ਸਤਿਗੁਰੂ ਜੀ ਕਹਿੰਦੇ ਉਦੋਂ ਤੱਕ ਤੈਨੂੰ ਮਾਲਕ ਨਹੀਂ ਮਿਲ ਸਕਦਾ, ਉਹਦੇ ਦਰਸ਼ਨ ਹੋ ਹੀ ਨਹੀਂ ਸਕਦੇ। ਗੁਰੂ ਅਮਰਦਾਸ ਜੀ ਦਾ ਵੀ ਬਚਨ ਪੜ੍ਹ ਕੇ ਦੇਖ ਲਓ, ਕੀ ਕਹਿੰਦੇ ਨੇ ਸਤਿਗੁਰੂ ਜੀ? ਕਹਿੰਦੇ ਜਾਓ ਲਓ ਭਾਓ ਅਭਾਓ ਇਹ ਮਾਨੈ, ਤਉ ਲਓ ਮਿਲਣ ਦੁਰਾਈ। ਭਾਓ ਦਾ ਮਤਲਬ ਹੁੰਦਾ ਪਿਆਰ, ਤੇ ਅਭਾਓ ਦਾ ਮਤਲਬ ਪਿਆਰ ਤੋਂ ਆਪੋਜ਼ਿਟ। ਮੈਂ ਜਿਹਦੇ ਨਾਲ ਮੇਰੇ ਵਿਚਾਰ ਮਿਲਦੇ ਨੇ ਉਹਦੇ ਨਾਲ ਤੇ ਮੇਰਾ ਬੜਾ ਪਿਆਰ ਹੈ, ਪਰ ਜਿਹਦੇ ਨਾਲ ਮੇਰੀ ਵਿਚਾਰ ਨਹੀਂ ਮਿਲਦੀ ਉਹਦੇ ਨਾਲ ਮੈਂ ਬੋਲਣਾ ਤੱਕ ਨਹੀਂ ਪਸੰਦ ਕਰਦਾ। ਬੋਲਣਾ ਤਾਂ ਦੂਰ ਦੀ ਗੱਲ, ਉਹਨੂੰ ਮੈਂ ਵੇਖਣਾ ਪਸੰਦ ਨਹੀਂ ਕਰਦਾ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਦੋਂ ਤੱਕ ਤੁਹਾਡੇ ਅੰਦਰ ਇਹ ਭਾਵਨਾ ਬੈਠੀ ਹੈ, ਤਉ ਲਓ ਮਿਲਣ ਦੁਰਾਈ। ਮਿਲਣ ਦੁਰਾਈ ਦਾ ਮਤਲਬ ਹੈ ਕਿ ਉਦੋਂ ਤੱਕ ਉਸ ਮਾਲਕ ਨੂੰ ਮਿਲਣਾ ਬੜੀ ਦੂਰ ਦੀ ਗੱਲ ਹੈ, ਨਹੀਂ ਮਿਲ ਸਕਦੇ। ਕਿਉਂ ਨਹੀਂ ਮਿਲ ਸਕਦੇ? ਕਿਉਂਕਿ ਅਜੇ ਤੱਕ ਮੈਨੂੰ ਸਰਬ ਜੀਆਂ ਮਹਿ ਏਕੋ ਜਾਣੈ, ਇਹ ਗੱਲ ਮੇਰੇ ਅੰਦਰ ਨਹੀਂ ਵਸੀ। ਮੈਨੂੰ ਹਰ ਇੱਕ ਦੇ ਅੰਦਰ ਰੱਬ ਨਹੀਂ ਨਜ਼ਰ ਆ ਰਿਹਾ। ਉਹ ਜਿਹੜਾ ਇੱਕ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਜੋੜਿਆ ਹੈ ਨਾ, ਸਤਿਗੁਰੂ ਜੀ ਕਹਿੰਦੇ ਇਹ ਇੱਕ ਦਾ ਭਾਵ ਕੇਵਲ ਇੰਨਾ ਹੀ ਨਹੀਂ ਹੈ ਕਿ ਰੱਬ ਇੱਕ ਹੈ। ਰੱਬ ਤਾਂ ਇੱਕ ਹੈ ਹੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਗੁਰੂ ਨਾਨਕ ਸਾਹਿਬ ਸਾਨੂੰ ਉਸ ਇੱਕ ਦੇ ਨਾਲ ਜੋੜਨ ਵਾਸਤੇ ਆਏ, ਉਸ ਇੱਕ ਦੇ ਧਾਰਨੀ ਬਣਾਉਣ ਵਾਸਤੇ ਸਾਨੂੰ ਆਏ ਨੇ ਗੁਰੂ ਨਾਨਕ ਸਾਹਿਬ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਅਨਾਊਂਸਮੈਂਟ ਆਪਨੇ ਸੁਣੀ ਹੈ, ਅਖੰਡ ਪਾਠ ਸਾਹਿਬ ਆਰੰਭ ਹੋਏਗਾ 19 ਨਵੰਬਰ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ, ਪ੍ਰਕਾਸ਼ ਪੁਰਬ ਆ ਰਿਹਾ ਹੈ। ਤੇ ਜੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਸਾਧ ਸੰਗਤ, ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਕਿ ਸਾਡੀ ਔਕਾਤ ਨਹੀਂ ਕਿ ਅਸੀਂ ਗੁਰੂ ਨੂੰ ਕੁਝ ਦੇ ਸਕੀਏ। ਤੇ ਜੇਕਰ ਆਪਾਂ ਪ੍ਰਕਾਸ਼ ਪੁਰਬ ਮਨਾਉਂਦੇ ਪਏ ਹਾਂ ਗੁਰੂ ਨਾਨਕ ਸਾਹਿਬ ਦਾ,
ਤੇ ਫਿਰ ਇੰਨੀ ਕਿਤੇ ਕੋਸ਼ਿਸ਼ ਕਰੀਏ ਨਾ ਕਿ ਮਾਲਕ ਕਿਰਪਾ ਕਰ ਐਸੀ ਕਿਤੇ ਭਾਵਨਾ ਅੰਦਰ ਪੈਦਾ ਹੋ ਜਾਏ ਕਿ ਮੈਨੂੰ ਪਰਾਇਆ ਨਜ਼ਰ ਹੀ ਕੋਈ ਨਾ ਆਵੇ। ਐਸੀ ਮੇਰੇ ਉੱਤੇ ਰਹਿਮਤ ਕਰ ਕਿ ਕੋਈ ਮੇਰਾ ਵਿਰੋਧੀ ਮੈਨੂੰ ਨਜ਼ਰ ਹੀ ਨਾ ਆਵੇ, ਸਾਰੇ ਆਪਣੀ ਨਜ਼ਰ ਆਉਣ। ਕਿਤੇ ਭਾਈ ਕਨ੍ਹਈਏ ਵਰਗੀ ਦਾਤ ਮੰਗ ਲਈਏ ਗੁਰੂ ਦੇ ਕੋਲੋਂ। ਕਿ ਭਾਈ ਕਨ੍ਹਈਆ ਜੀ ਨੂੰ ਕੋਈ ਦੁਸ਼ਮਣ ਨਜ਼ਰ ਆਉਂਦਾ ਹੈ ਜੀ? ਜਿਸ ਦਿਨ ਇਹ ਭਾਵਨਾ ਸਾਡੇ ਅੰਦਰ ਪੈਦਾ ਹੋ ਗਈ ਨਾ, ਸਰਬ ਜੀਆਂ ਮੈਂ ਏਕੋ ਜਾਣਾ ਹੈ, ਤੇ ਸਾਧ ਸੰਗਤ ਖਿਆਲ ਕਰਿਓ ਉਸ ਦਿਨ ਸਾਰਿਆਂ ਦੇ ਅੰਦਰੋਂ ਰੱਬ ਨਜ਼ਰ ਆਏਗਾ। ਜਿਸ ਦਿਨ ਗੁਰੂ ਦੀ ਵਿਚਾਰ ਸਾਡੇ ਅੰਦਰ ਵਸ ਗਈ ਨਾ, ਉਸ ਦਿਨ ਹਰ ਇੱਕ ਦੇ ਅੰਦਰੋਂ ਤੁਸੀਂ ਗੁਰੂ ਨਾਨਕ ਦੇ ਦੀਦਾਰ ਕਰੋਗੇ, ਹਰ ਇੱਕ ਦੇ ਅੰਦਰੋਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰੋਗੇ, ਹਰ ਇੱਕ ਦੇ ਅੰਦਰੋਂ ਉਸ ਮਾਲਕ ਦੇ ਦੀਦਾਰ ਕਰੋਗੇ ਜਿਸ ਦਿਨ ਗੁਰੂ ਦੀ ਵਿਚਾਰ ਸਾਡੇ ਅੰਦਰ ਵਸ ਗਈ। ਤੇ ਕਿਹੜੀ ਵਿਚਾਰ? ਇਹੀ ਸਰਬ ਜੀਆਂ ਮਹਿ ਏਕੋ ਜਾਣੈ, ਕਿ ਹਰ ਇੱਕ ਦੇ ਅੰਦਰ ਰੱਬ ਵਸਦਾ ਜੀ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਕਿਸ ਨੂੰ ਮਾੜਾ ਕਹੋਗੇ? ਤੁਸੀਂ ਕਿਸੇ ਇਨਸਾਨ ਨੂੰ ਥੋੜੀ ਨਾ ਮਾੜਾ ਕਹਿੰਦੇ ਹੋ, ਇਨਡਾਇਰੈਕਟਲੀ ਤੁਸੀਂ ਪਰਮਾਤਮਾ ਨੂੰ ਮਾੜਾ ਕਹਿੰਦੇ ਪਏ ਹੋ, ਕਿਉਂਕਿ ਹਰ ਇੱਕ ਸਰੀਰ ਦੇ ਅੰਦਰ ਉਹ ਪਰਮਾਤਮਾ ਬਿਰਾਜਮਾਨ ਹੈ। ਤੇ ਜਦੋਂ ਕਿਸੇ ਸਰੀਰ ਨੂੰ ਆਪਾਂ ਮਾੜਾ ਕਹਿੰਦੇ ਆ ਨਾ, ਮੰਦਾ ਬੋਲਦੇ ਆ, ਤੇ ਸਾਧ ਸੰਗਤ ਖਿਮਾ ਕਰਨਾ, ਉਦੋਂ ਫਿਰ ਅਸੀਂ ਪਰਮਾਤਮਾ ਨੂੰ ਮਾੜਾ ਬੋਲ ਰਹੇ ਹੁੰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸਾਨੂੰ ਸਮਝਾਉਂਦੇ ਪਏ ਨੇ। ਜਿਸ ਨੂੰ ਇਹ ਗੱਲ ਸਮਝ ਪੈ ਗਈ ਨਾ ਕਿ ਹਰ ਇੱਕ ਦੇ ਅੰਦਰ ਰੱਬ ਵਸਦਾ ਹੈ, ਸਤਿਗੁਰੂ ਜੀ ਕਹਿੰਦੇ ਫਿਰ ਤਾਂ ਹਉਮੈ ਕਹੇ ਨਾ ਕੋਈ, ਫਿਰ ਉਹਦੇ ਅੰਦਰੋਂ ਹਉਮੈ ਚਲੀ ਜਾਏਗੀ। ਜਦੋਂ ਬੰਦਾ ਸੋਚਦਾ ਨਾ ਮੈਂ ਵੱਡਾ, ਮੇਰੇ ਅੰਦਰ ਗੁਣ, ਮੈਂ ਚੰਗਾ, ਇਹੀ ਤਾਂ ਹਉਮੈ ਹੈ। ਤੇ ਜਿਸ ਦਿਨ ਆ ਗੱਲ ਸਮਝ ਪੈ ਗਈ, ਫਿਰ ਪਤਾ ਉਹ ਦਿਨ ਕੀ ਕਹਿਣਾ? ਉਹ ਦਿਨ ਇਹਨੇ ਕਹਿਣਾ ਜੀ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਉਹ ਦਿਨ ਮੈਂ ਮਾੜਾ ਹੋ ਜਾਣਾ, ਸਾਰਿਆਂ ਨੇ ਚੰਗਾ ਬਣ ਜਾਣਾ ਹੈ। ਪਰ ਬਣੇਗਾ ਉਹ ਦਿਨ ਜਿਸ ਦਿਨ ਮੈਨੂੰ ਹਰ ਇੱਕ ਦੇ ਅੰਦਰੋਂ ਮਾਲਕ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਜਿਸ ਦਿਨ ਬੰਦੇ ਦੇ ਅੰਦਰੋਂ ਰੱਬ ਦੇ ਦੀਦਾਰ ਹੋ ਗਏ, ਸਾਧ ਸੰਗਤ ਸਮਝ ਲੈਣਾ ਕਿ ਪਰਮਾਤਮਾ ਦੇ ਨਾਲ ਤੁਸੀਂ ਮਿਲ ਗਏ। ਸਤਿਗੁਰੂ ਜੀ ਕਿਰਪਾ ਕਰਨ, ਜਿਹੜੀ ਗੱਲ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਸਾਨੂੰ ਸਮਝਾਈ ਹੈ, ਕਿਤੇ ਇਹ ਸਾਡੇ ਹਿਰਦੇ ਦੇ ਵਿੱਚ ਵਸ ਜਾਏ, ਤਾਂ ਕਿ ਗੁਰੂ ਬਚਨਾਂ ਦੇ ਅਕੋਰਡਿੰਗਲੀ ਚੱਲਦਿਆਂ ਹੋਇਆਂ ਆਪਣੇ ਜੀਵਨ ਨੂੰ ਅਸੀਂ ਸਫਲ ਬਣਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।